ਲੜੀਵਾਰ ਕਥਾ 833 ਅੰਗ ਤੇ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਅੰਮ੍ਰਿਤ ਬਚਨ ਚੱਲ ਰਹੇ ਨੇ। ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਰਾਗ ਬਿਲਾਵਲ 'ਚ ਆਰੰਭ ਹੋ ਰਹੇ ਨੇ। ਅਸ਼ਟਪਦੀਆਂ ਆਰੰਭ ਹੋ ਰਹੀਆਂ ਹਨ। ਗਰੀਬ ਨਵਾਜ ਸਾਹਿਬ ਦੇ ਚਰਨਾਂ ਵਿੱਚ ਸੁਰਤ ਜੋੜੀਏ, ਹਾਜ਼ਰੀਆਂ ਲਵਾਈਏ, ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਚੌਥਾ। ਅਸ਼ਟਪਦੀਆਂ ਘਰ 11ਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਬਿਲਾਵਲ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਪਵਿੱਤਰ ਅਸ਼ਟਪਦੀਆਂ ਹਨ। 11ਵੇਂ ਘਰ ਸੁਰਤਾਲ ਵਿੱਚ ਇਹਨਾਂ ਅਸ਼ਟਪਦੀਆਂ ਨੂੰ ਗਾਇਨ ਕਰਨ ਦਾ ਹੁਕਮ ਹੈ। ਮੰਗਲਾਚਰਨ ਕਰਦੇ ਨੇ ਵਾਹਿਗੁਰੂ ਇੱਕ ਅਦੁੱਤੀ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਤਿਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਸਾਹਿਬ ਜੀ ਸ਼ਬਦ ਦੀ ਅਨੁਭਤਾ ਕਰਦੇ ਹਨ। ਆਪੈ ਆਪ ਖਾਏ ਹਉ ਮੇਟੈ। ਅਨ ਦਿਨ ਹਰ ਰਸ ਗੀਤ ਗਵਈਆ। ਆਪੈ ਆਪ ਖਾਏ ਹਉ ਮੇਟੈ। ਮਹਾਰਾਜ ਜੀ ਫਰਮਾਉਂਦੇ ਆਪਣੇ ਆਪੇ ਨੂੰ ਖਾ ਕੇ, ਆਪਣੇ ਆਪੇ ਨੂੰ ਆਪਣਾ ਆਪਾ ਹੀ ਖਾਂਦਾ ਹੈ। ਜਲ ਕਰਕੇ ਹੀ ਚਿੱਕੜ ਪੈਦਾ ਹੁੰਦਾ, ਪਾਣੀ ਕਰਕੇ ਚਿੱਕੜ ਹੁੰਦਾ ਨਾ, ਤੇ ਫਿਰ ਉਹ ਚਿੱਕੜ ਪਾਣੀ ਕਰਕੇ ਹੀ ਧੋਇਆ ਜਾਂਦਾ। ਸਾਡਾ ਆਪਾ ਸਾਡੇ ਆਪੇ ਨਹੀਂ ਖਾਣਾ। ਜਿਹੜਾ ਅਸਲ ਵਿੱਚ ਸਾਡਾ ਨਿਜ ਆਪ ਹੈ, ਆਤਮ ਸਵਰੂਪ, ਉਹਦੇ ਵਿੱਚ ਜਦੋਂ ਸੁਰਤ ਚਲੀ ਗਈ, ਉਹਦੇ ਵਿੱਚ ਜਦੋਂ ਅਭੇਦ ਹੋ ਗਏ, ਉਦੋਂ ਆ ਬਾਹਰਲਾ ਆਪਾ ਉਸੇ ਵਿੱਚ ਹੀ ਸਮਾ ਜਾਣਾ। ਜੋ ਅਸੀਂ ਬਾਹਰਲਾ ਸਵਰੂਪ ਆਪਣਾ ਆਪ ਮੰਨੀ ਬੈਠੇ ਆ, ਉਹ ਸਾਡੇ ਨਿਜ ਆਪੇ ਵਿੱਚ ਚਲਿਆ ਜਾਣਾ। ਹਉ ਮੇਟਾ, ਜਿਹੜੀ ਹਉਮੈ ਹੈ ਇਹ ਮਿਟ ਜਾਂਦੀ ਆ। ਰੱਬ ਦੇ ਪਿਆਰੇ ਇਸ ਹਉਮੈ ਨੂੰ ਮੇਟ ਦਿੰਦੇ ਆਪਣੇ ਅੰਦਰੋਂ। ਆਨ ਦਿਨ ਹਰ ਰਸ ਗੀਤ ਗਵਈਆ। ਰਾਤ ਦੇ ਨੱਠੇ ਪੈਰ ਰੱਬ ਦੇ ਪਿਆਰੇ ਹਰੀ ਦਾ ਰਸ ਲੈ ਕੇ ਪਰਮੇਸ਼ਰ ਦੇ ਗੀਤ ਗਾਉਂਦੇ ਆ, ਅਕਾਲ ਪੁਰਖ ਦੀਆਂ ਸਿਫਤਾਂ ਗਾਉਂਦੇ ਆ। ਉਹਦੇ ਗੀਤ ਗਾਉਂਦੇ ਆ, ਉਹਦੀਆਂ ਸਿਫਤਾਂ ਗਾਉਂਦੇ ਆ, ਉਹਦਾ ਕੀਰਤਨ ਗਾਉਂਦੇ ਆ। ਰੱਬ ਦੇ ਪਿਆਰੇ ਆਪਣੇ ਅੰਦਰੋਂ ਆਪਣੇ ਆਪੇ ਭਾਵ ਨੂੰ ਮਿਟਾ ਕੇ ਹਉਮੈ ਨੂੰ ਦੂਰ ਕਰ ਦਿੰਦੇ ਨੇ। ਉਹਨਾਂ ਅੰਦਰ ਹਉਮੈ ਨਹੀਂ ਰਹਿੰਦੀ, ਉਹਨਾਂ ਅੰਦਰ ਹਉ ਭਾਵ ਨਹੀਂ ਰਹਿੰਦਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੀਤ ਗਾਉਂਦਿਆਂ, ਅਕਾਲ ਪੁਰਖ ਦੀ ਕੀਰਤੀ ਗਾਉਂਦਿਆਂ, ਉਹ ਇਸ ਰਸ ਨੂੰ ਮਾਣਦਿਆਂ ਆਪਣੇ ਆਪੇ ਭਾਵ ਨੂੰ ਮਿਟਾ ਦਿੰਦੇ ਹਨ। ਗੁਰਮੁਖ ਪਰਚੈ ਕੰਚਨ ਕਾਇਆ। ਨਿਰਭਉ ਜੋਤੀ ਜੋਤ ਮਿਲਈਆ। ਜਿਹੜੇ ਗੁਰੂ ਦੇ ਮੁਖ ਦੁਆਰਾ ਸ਼ਬਦ ਸੁਣ ਕੇ ਉਸ ਸ਼ਬਦ 'ਚ ਪਰਚ ਜਾਂਦੇ ਨੇ, ਲੱਗ ਜਾਂਦੇ ਨੇ, ਉਹਨਾਂ ਦੀ ਬੁੱਧੀ ਕੰਚਨ ਵਰਗੀ ਨਿਰਮਲ ਹੋ ਜਾਂਦੀ। ਕੰਚਨ ਨਾਮ ਸੋਨੇ ਦਾ ਤੇ ਕਾਇਆ ਨਾਮ ਇੱਥੇ ਹੈ ਬੁੱਧੀ ਦਾ। ਉਹਨਾਂ ਦੀ ਬੁੱਧੀ ਕੰਚਨ ਵਰਗੀ ਨਿਰਮਲ ਤੇ ਪਵਿੱਤਰ ਹੋ ਜਾਂਦੀ ਹੈ। ਉਹ ਨਿਰਭਉ ਹੋ ਕੇ ਉਹਨਾਂ ਦੀ ਜੋਤ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ 'ਚ ਜਾ ਕੇ ਮਿਲ ਜਾਂਦੀ ਹੈ। ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੇ ਹਨ। ਜਿਨ੍ਹਾਂ ਦੀ ਜੋਤੀ ਉਸ ਜੋਤੀ ਸਰੂਪ ਪਰਮੇਸ਼ਰ ਵਿੱਚ ਜਾ ਕੇ ਅਭੇਦ ਹੋ ਜਾਂਦੀ ਹੈ, ਉਹ ਫਿਰ ਅਨੇਕਤਾ ਵਿੱਚ ਵੀ ਇੱਕ ਨੂੰ ਵੇਖਦੇ ਹਨ। ਤੇ ਜਿਸ ਨੇ ਇਸ ਜੋਤ ਦੇ ਦਰਸ਼ਨ ਨਹੀਂ ਕੀਤੇ, ਅਗਿਆਨਤਾ ਦੇ ਹਨੇਰੇ 'ਚ ਅੰਨੇ ਹਨ, ਉਸ ਇੱਕ ਨੂੰ ਵੀ ਅਨੇਕ ਰੂਪ ਹੋ ਕਰਕੇ ਵੇਖਦੇ ਐ, ਇੱਕ ਨੂੰ ਅਨੇਕ ਰੂਪ ਕਰਕੇ ਮਹਿਸੂਸ ਕਰਦੇ ਆ। ਜਿਵੇਂ ਇੱਕ ਅੰਨਿਆਂ ਦਾ ਪਿੰਡ ਸੀ, ਪਿੰਡ 'ਚ ਸਾਰੇ ਹੀ ਅੰਨੇ ਰਹਿੰਦੇ ਸਨ। ਉਸ ਪਿੰਡ 'ਚ ਇੱਕ ਹਾਥੀ ਲੈ ਕੇ ਮਹਾਵਤ ਪਹੁੰਚਿਆ।
ਉਹਨੇ ਆਵਾਜ਼ ਮਾਰੀ, ਉਹ ਪਿੰਡ ਵਾਲਿਓ ਆਓ, ਹਾਥੀ ਵੇਖ ਲਓ। ਉਹ ਕਹਿਣ ਲੱਗੇ ਵੀ ਅਸੀਂ ਉਦੋਂ ਤੱਕ ਨਹੀਂ ਜਾਣ ਸਕਾਂਗੇ ਇਹਦੇ ਬਾਰੇ ਜਦੋਂ ਤੱਕ ਅਸੀਂ ਇਹਨੂੰ ਛੂਹ ਕੇ ਨਹੀਂ ਵੇਖਦੇ। ਕਹਿੰਦੇ ਹਾਓ ਹਾਂ, ਆ ਕੇ ਛੂਹ ਕੇ ਵੇਖ ਲਓ। ਮਹਾਵਤ ਥੱਲੇ ਉਤਰਿਆ, ਉਹ ਨਾਨਿਆਂ ਦੇ ਹੱਥ ਜਿਹੜੇ ਸਨ ਹਾਥੀ ਨੂੰ ਛੁਆਏ। ਕਿਸੇ ਨੇ ਹਾਥੀ ਦੀ ਲੱਤ ਫੜੀ, ਕਿਸੇ ਨੇ ਹਾਥੀ ਦੀ ਸੁੰਡ ਫੜ ਕੇ ਵੇਖੀ, ਕਿਸੇ ਨੇ ਕੰਨ ਪਕੜ ਕੇ ਵੇਖੇ, ਕਿਸੇ ਨੇ ਪੂੰਛ ਪਕੜ ਕੇ ਵੇਖੀ, ਕਿਸੇ ਨੇ ਉਹਦਾ ਸਰੀਰ ਦਾ ਜਿਹੜਾ ਚਮੜਾ ਸੀ ਉਹਨੂੰ ਸਪਰਸ਼ ਕਰਕੇ ਛੂਹ ਕੇ ਵੇਖਿਆ। ਮਹਾਵਤ ਚਲਾ ਗਿਆ। ਉਹ ਕਹਿੰਦੇ ਜੀ ਹਾਂ ਅਸੀਂ ਹਾਥੀ ਬਾਰੇ ਜਾਣ ਲਿਆ। ਮਹਾਵਤ ਹਾਥੀ ਲੈ ਕੇ ਚਲਾ ਗਿਆ। ਹੁਣ ਉਹ ਅੰਨੇ ਵਿਅਕਤੀ ਆਪਸ ਵਿੱਚ ਗੱਲਬਾਤ ਕਰਕੇ ਗੱਲ ਕਹਿਣ ਲੱਗੇ ਵੀ ਤੂੰ ਕਿਵੇਂ ਜਾ ਜਾਣਿਆ, ਹਾਥੀ ਕਿਹੋ ਜਿਹਾ ਵੇਖਿਆ। ਜਿਹਨੇ ਪੂੰਛ ਫੜੀ ਸੀ ਉਹ ਕਹਿਣ ਲੱਗਾ ਹਾਥੀ ਰੱਸੀ ਵਾਂਗੂ ਹੈ, ਲੱਜ ਵਾਂਗੂ ਹੈ, ਪਰ ਉਸ ਰੱਸੀ ਦੇ ਸਿਰੇ ਦੇ ਉੱਤੇ ਥੋੜੇ ਜਿਹੇ ਇਉਂ ਜਾਪਦੇ ਸਨ ਵੀ ਵਾਲ ਲੱਗੇ ਹੋਏ ਨੇ। ਜਿਹਨੇ ਕੰਨ ਫੜੇ ਸੀ ਉਹ ਕਹਿੰਦਾ ਹਾਥੀ ਛੱਜ ਵਾਂਗੂ ਸੀ, ਜਿਵੇਂ ਛੱਜ ਹੁੰਦਾ ਛੱਜ ਦੇ ਸਮਾਨ ਹੈ। ਤੀਜਾ ਕਹਿੰਦਾ ਜਿਹਨੇ ਲੱਤਾਂ ਫੜ ਕੇ ਵੇਖੀਆਂ ਸਨ, ਕਹਿੰਦਾ ਹਾਥੀ ਇਉਂ ਜਾਪਦਾ ਸੀ ਜਿਵੇਂ ਕੋਈ ਥੰਮ ਹੋਵੇ, ਥੰਮ ਖੜਾ ਹੁੰਦਾ ਉਹਦੇ ਥੰਮ ਵਾਂਗੂ ਗੋਲਾਕਾਰ ਥੰਮ ਸੀ। ਜਿਹਨੇ ਸੁੰਡ ਫੜ ਕੇ ਵੇਖੀ ਸੀ ਉਹ ਕਹਿੰਦਾ ਹਾਥੀ ਇਉਂ ਜਾਪਦਾ ਸੀ ਉੱਪਰੋਂ ਮੋਟੀ ਜੀ ਜਿਵੇਂ ਕੋਈ ਲਗਰ ਦਰਖਤ ਦੀ ਚੱਲ ਕੇ ਥੱਲੇ ਨੂੰ ਆਉਂਦੀ ਤੇ ਅੱਗੇ ਆ ਕੇ ਸਿਰੇ ਤੇ ਪਤਲੀ ਹੋ ਜਾਂਦੀ ਹੈ। ਜਿਹਨੇ ਹਾਥੀ ਦੇ ਚਮੜੇ ਨੂੰ ਸਪਰਸ਼ ਕਰਕੇ ਵੇਖਿਆ ਸੀ ਉਹਨੇ ਇਉਂ ਸਮਝਿਆ, ਉਹ ਕਹਿੰਦਾ ਨਹੀਂ ਤੁਸੀਂ ਸਾਰੇ ਝੂਠ ਬੋਲਦੇ ਹੋ, ਹਾਥੀ ਖੁਰਦਰਾ ਜਿਹਾ ਜਾਪਦਾ ਸੀ। ਲੜ ਪਏ। ਉਹ ਕਹਿੰਦੇ ਨਹੀਂ ਲੱਜ ਵਰਗਾ ਹੈ, ਦੂਜਾ ਕਹਿੰਦਾ ਨਹੀਂ ਛੱਜ ਵਾਂਗੂ ਹੈ, ਤੀਜਾ ਕਹਿੰਦਾ ਨਹੀਂ ਥੰਮ ਵਾਂਗੂ ਹੈ, ਚੌਥਾ ਕਹਿੰਦਾ ਨਹੀਂ ਕਿਸੇ ਖੁਰਦਰੇ ਪਟੜੇ ਵਾਂਗੂ ਹੈ। ਲੜ ਪਏ। ਲੜਾਈ ਹੁੰਦੀ ਉਦੋਂ ਤੱਕ ਹੈ ਜਦੋਂ ਤੱਕ ਕੋਈ ਅੰਨਾ ਹੋਵੇ। ਜਦੋਂ ਦਿਸਣ ਲੱਗ ਪਏ ਫਿਰ ਤਾਂ ਲੜਾਈ ਖਤਮ। ਲੜਾਈਆਂ ਹੁੰਦੀਆਂ ਹੀ ਉਦੋਂ ਨੇ ਜਦੋਂ ਅਗਿਆਨਤਾ ਦਾ ਅੰਧਕਾਰ ਹੋਵੇ। ਝਗੜਾ ਹੁੰਦਾ ਹੀ ਉਦੋਂ ਹੈ ਜਦੋਂ ਅੰਨਾ ਹੋਵੇ। ਲੜੀ ਜਾਣ, ਬੈਸੀ ਜਾਣ। ਇੰਨੇ ਨੂੰ 5-4 ਅੰਨੇ ਕਿਤੇ ਪਿੰਡੋਂ ਬਾਹਰ ਗਏ ਹੋਏ ਉਹ ਪਹੁੰਚ ਗਏ। ਉਹ ਕਹਿੰਦੇ ਵੀ ਤੁਸੀਂ ਕਿਉਂ ਲੜਦੇ ਹੋ? ਕਹਿੰਦੇ ਵੀ ਇਦਾਂ ਸਾਡੇ ਪਿੰਡ 'ਚ ਹਾਥੀ ਆਇਆ ਸੀ, ਤੁਸੀਂ ਆਇਆ ਨਹੀਂ ਸੀ। ਅਸੀਂ ਸਾਰਿਆਂ ਨੇ ਵੇਖਿਆ, ਸਾਰੇ ਆਪੋ ਆਪਣਾ ਅੰਦਾਜ਼ਾ ਦੱਸਦੇ ਆ, ਕੋਈ ਇਉਂ ਦੱਸਦਾ, ਕੋਈ ਇਉਂ ਦੱਸਦਾ। ਉਹ ਕਹਿੰਦਾ ਵੀ ਹੁਣ ਇਹ ਲੜਾਈ ਤਾਂ ਮਿਟੇਗੀ ਜੋ ਮਹਾਵਤ ਵਾਪਸ ਆਵੇ ਤੇ ਉਹ ਆ ਕੇ ਦੱਸੇ ਵੀ ਹਾਥੀ ਕਿਹੋ ਜਿਹਾ। ਉਹ ਕਹਿੰਦੇ ਜੀ ਉਹਨੇ 4 ਦਿਨਾਂ ਬਾਅਦ ਫਿਰ ਆਉਣਾ। ਕਹਿੰਦੇ ਫਿਰ ਉਨੀ ਦੇਰ ਤੱਕ ਇਹ ਲੜਾਈ ਬੰਦ ਕਰੋ। 4 ਦਿਨਾਂ ਬਾਅਦ ਉਹ ਮਹਾਵਤ ਫਿਰ ਆਇਆ। ਉਹਨੇ ਆਵਾਜ਼ ਮਾਰੀ ਭਾਈ ਹਾਥੀ ਆਇਆ। ਲੋਕ ਉਹਦੇ ਕੋਲ ਪਹੁੰਚ ਗਏ। ਕਹਿੰਦੇ ਤੂੰ ਚੰਗਾ ਭਲਾ ਬੰਦਾ, 4 ਦਿਨ ਪਹਿਲੋਂ ਸਾਡੇ ਪਿੰਡ ਆ ਕੇ ਸਾਡੀ ਲੜਾਈ ਪਵਾ ਗਿਆ। ਉਹ ਕਹਿੰਦਾ ਵੀ ਮੈਂ ਕਾਹਦੀ ਲੜਾਈ ਪਵਾਈ? ਕਹਿੰਦੇ ਤੂੰ ਇਹ ਦੱਸ ਵੀ ਹਾਥੀ ਕਿਹੋ ਜਿਹਾ। ਉਹ ਕਹਿੰਦੇ ਤੁਸੀਂ ਦੱਸੋ। ਇੱਕ ਜਿਹਨੇ ਕੰਨ ਫੜ ਕੇ ਵੇਖੇ ਸੀ ਉਹ ਕਹਿੰਦਾ ਹਾਥੀ ਛੱਜ ਵਾਂਗੂ ਆ। ਉਹ ਬੋਲਿਆ ਕਹਿੰਦਾ ਹਾਂ ਛੱਜ ਵਾਂਗੂ ਹੈ। ਜਿਹਨੇ ਲੱਤਾਂ ਫੜੀਆਂ ਸੀ ਉਹ ਕਹਿੰਦਾ ਵੀ ਹਾਥੀ ਥੰਮੀਆਂ ਵਾਂਗੂ ਹੈ, ਥੰਮ ਵਾਂਗੂ ਹੈ। ਕਹਿੰਦਾ ਹਾਂ ਥੰਮ ਵਾਂਗੂ ਵੀ ਹੈ। ਉਹਨੂੰ ਪਤਾ ਸੀ ਵੀ ਇਹਨੇ ਤਾਂ ਲੱਤਾਂ ਤੱਕੀਆਂ ਨੇ। ਤੀਜਾ ਕਹਿੰਦਾ ਹਾਥੀ ਲੱਜ ਵਾਂਗੂ ਹੈ, ਰੱਸੀ ਵਾਂਗੂ ਹੈ। ਉਹ ਕਹਿੰਦਾ ਹਾਂ ਮਹਾਵਤ ਦੱਸੀ ਜਾਂਦਾ ਹਾਂ ਲੱਜ ਵਾਂਗੂ ਵੀ ਹੈ। ਜਿਹਨੇ ਚਮੜਾ ਛੂ ਕੇ ਵੇਖਿਆ ਸੀ ਉਹ ਕਹਿੰਦਾ ਖੁਰਦਰੇ ਪਟੜੇ ਵਾਂਗੂ ਹੈ। ਹਾਥੀ ਕਹਿੰਦਾ ਹਾਂ ਖੁਰਦਰੇ ਪਟੜੇ ਵਾਂਗੂ ਵੀ ਹੈ। ਉਹ ਕਹਿੰਦੇ ਵੀ ਸਾਰੇ ਵੱਖੋ ਵੱਖਰੇ ਤਰੀਕਿਆਂ ਨਾਲ ਦੱਸਦੇ ਆ, ਅਨੇਕ ਰੂਪ ਹੋ ਕੇ ਇੱਕ ਚੀਜ਼ ਅਨੇਕ ਕਿਵੇਂ ਹੋ ਸਕਦੀ ਹੈ? ਉਹ ਕਹਿੰਦਾ ਹਾਂ ਇਹ ਅਨੇਕਤਾ ਉਦੋਂ ਤੱਕ ਤੁਹਾਡੀ ਦ੍ਰਿਸ਼ਟੀ 'ਚ ਬਣੀ ਰਹੇਗੀ ਜਦੋਂ ਤੱਕ ਤੁਸੀਂ ਆਪਣੀਆਂ ਅੱਖਾਂ ਦਾ ਇਲਾਜ ਕਰਕੇ ਵੇਖਣ ਨਹੀਂ ਲੱਗ ਪੈਂਦੇ। ਜਦੋਂ ਤੁਹਾਨੂੰ ਦਿਸਣ ਲੱਗ ਪਏਗਾ ਫਿਰ ਇਹ ਅਨੇਕ ਵੀ ਇੱਕ ਰੂਪ ਹੋ ਕੇ ਨਜ਼ਰ ਆਵੇਗਾ। ਸੱਚਾਈ ਇਹੀ ਹੈ। ਅਗਿਆਨਤਾ ਦੇ ਹਨੇਰੇ ਵਿੱਚ ਅੰਨਿਆਂ ਹੋਇਆਂ ਨੂੰ ਇੱਕ ਪ੍ਰਮਾਤਮਾ ਵੀ ਅਨੇਕ ਰੂਪ ਹੋ ਕੇ ਦਿਸਦਾ। ਕੋਈ ਕਹਿੰਦਾ ਮੇਰਾ ਰੱਬ ਇਹ ਹੈ, ਕੋਈ ਕਹਿੰਦਾ ਮੇਰੇ ਰੱਬ ਦੀ ਸ਼ਕਲ ਇਹੋ ਜਿਹੀ ਹੈ, ਕੋਈ ਕਹਿੰਦਾ ਮੇਰਾ ਰੱਬ ਇਉਂ ਦਾ ਹੈ। ਇਹ ਅਨੇਕ ਰੂਪ ਉਦੋਂ ਤੱਕ ਹੀ ਨਜ਼ਰ ਆਉਂਦੇ ਹੈ ਜਦੋਂ ਤੱਕ ਅਗਿਆਨਤਾ ਦੇ ਹਨੇਰੇ 'ਚ ਅੰਨਾ ਹੋਇਆ ਫਿਰਦਾ। ਗੁਰੂ ਦੇ ਦਿੱਤੇ ਹੋਏ ਗਿਆਨ ਰੂਪੀ ਸੁਰਮੇ ਨਾਲ
ਜਦੋਂ ਇਹ ਨੇਤਰ ਦੇ ਵਿੱਚ ਰੋਸ਼ਨੀ ਆ ਜਾਂਦੀ ਹੈ, ਇਹ ਨੇਤਰ ਖੁੱਲ ਜਾਂਦੇ ਹੈ, ਫਿਰ ਅਨੇਕਤਾ ਵਿੱਚ ਇੱਕ ਨਜ਼ਰ ਆਉਣ ਲੱਗ ਪੈਂਦਾ। ਜਦੋਂ ਅਨੇਕਤਾ ਵਿੱਚ ਇੱਕ ਨਜ਼ਰ ਆਉਂਦਾ ਫਿਰ ਮਹਾਰਾਜ ਜੀ ਕਹਿੰਦੇ ਆ ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਸਭ ਵਿੱਚ ਉਹੀ ਵਸਦਾ। ਇਹ ਗੁਰਮਤਿ ਦੀ ਦ੍ਰਿਸ਼ਟੀ ਹੈ। ਜਿਸ ਦਿਨ ਆਪਣੇ ਹਿਰਦੇ ਚੋਂ ਆਪਾ ਭਾਵ ਮਿਟ ਗਿਆ, ਇਹ ਜੋਤੀ ਜੋਤੀ ਸਰੂਪ ਪਰਮੇਸ਼ਰ ਵਿੱਚ ਮਿਲ ਗਈ, ਫਿਰ ਉਹ ਅਨੇਕ ਰੂਪ ਹੋਣ ਦੇ ਬਾਵਜੂਦ ਵੀ ਇੱਕ ਹੀ ਨਜ਼ਰ ਆਉਂਦਾ ਹੈ। ਲੈ ਹਰ ਹਰ ਨਾਮ ਆਧਾਰ ਰਮਈਆ। ਹੇ ਰਾਮ, ਮੇਰੇ ਵਾਸਤੇ ਹੈ ਹਰੀ, ਤੇਰਾ ਨਾਮ ਹੀ ਮੇਰਾ ਆਧਾਰ ਹੈ, ਤੇਰਾ ਨਾਮ ਹੀ ਮੇਰਾ ਆਧਾਰ ਹੈ, ਮੇਰਾ ਆਸਰਾ ਹੈ। ਬਿਨ ਪਲ ਰਹਿ ਨਾ ਸਕੋ ਬਿਨ ਨਾਵੈ, ਗੁਰਮੁਖ ਹਰ ਹਰ ਪਾਠ ਪੜਈਆ। ਗੁਰੂ ਕੇ ਮੁਖ ਦੁਆਰਾ ਸ਼ਬਦ ਸੁਣ ਕੇ ਜਿਨ੍ਹਾਂ ਨੇ ਉਸ ਪਾਵਨ ਅੰਮ੍ਰਿਤ ਬਚਨਾਂ ਦਾ ਪਾਠ ਪੜਿਆ, ਉਹਨਾਂ ਅੰਦਰ ਇਹ ਅਵਸਥਾ ਬਣ ਗਈ। ਉਹ ਕਹਿੰਦੇ ਹੇ ਪ੍ਰਭੂ, ਤੇਰੇ ਨਾਮ ਤੋਂ ਬਿਨਾਂ ਹੁਣ ਸਾਡੇ ਕੋਲੋਂ ਇੱਕ ਖਿਨ ਪਲ ਦਾ ਸਮਾਂ ਵੀ ਰਹਿ ਨਹੀਂ ਹੁੰਦਾ। ਖਿਨ ਪਲ ਰਹਿ ਨਾ ਸਕੋ ਬਿਨ ਨਾਮੈ, ਹੇ ਪ੍ਰਭੂ ਤੇਰੇ ਨਾਮ ਤੋਂ ਬਿਨਾਂ ਮੈਂ ਇੱਕ ਖਿਨ, ਇੱਕ ਪਲ ਮਾਤਰ ਦਾ ਸਮਾਂ ਵੀ ਨਹੀਂ ਰਹਿ ਸਕਦਾ। ਗੁਰਮੁਖ ਹਰ ਹਰ ਪਾਠ ਪੜ੍ਹੀਆ। ਗੁਰੂ ਨੇ ਸਾਨੂੰ ਆਪਣੇ ਮੁਖ ਦੁਆਰਾ ਸਾਨੂੰ ਹਰੀ 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 ਦਾ ਪਾਠ ਪੜ੍ਹਾਇਆ। ਗੁਰੂ ਨੇ ਆਖਿਆ ਆਪਣੀ ਰਸਨਾ ਤੋਂ ਵਾਹਿਗੁਰੂ 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 ਦਾ ਪਾਠ ਕਰੋ। ਇਹ ਪਾਠ ਸਾਨੂੰ ਗੁਰੂ ਨੇ ਦਇਆ ਕਰਕੇ ਪੜ੍ਹਾਇਆ। ਹੁਣ ਹਰੀ ਦੇ ਨਾਮ ਤੋਂ ਬਿਨਾਂ ਇੱਕ ਖਿਨ, ਇੱਕ ਪਲ ਮਾਤਰ ਦਾ ਸਮਾਂ ਵੀ ਸਾਡੇ ਕੋਲੋਂ ਨਹੀਂ ਰਹਿ ਹੁੰਦਾ। ਰਹਾਉ ਏਕ ਗਿਰਹੋ 10 ਦੁਆਰ ਹੈ, ਜਾ ਕੇ ਅਹਨਸ ਤਸ ਕਰ ਪੰਜ ਚੋਰ ਲਗਈਆ। ਕਹਿੰਦੇ ਇੱਕ ਘਰ ਹੈ, ਏਕ ਗਿਰਹੋ, ਆ ਸਰੀਰ ਰੂਪੀ ਇੱਕ ਘਰ ਹੈ, 10 ਦਰਵਾਜ਼ੇ ਨੇ ਇਸ ਘਰ ਦੇ। 5 ਗਿਆਨ ਇੰਦਰੇ, 5 ਕਰਮ ਇੰਦਰੇ। ਸਰੀਰ ਇੱਕ ਘਰ ਹੈ, ਉਸ ਸਰੀਰ ਰੂਪੀ ਘਰ ਦੇ 10 ਦਰਵਾਜ਼ੇ ਨੇ। ਅਹਨਸ ਤਸਕਰ ਪੰਜ ਚੋਰ ਲਗਈਆ, ਤੇ ਰਾਤ ਦਿਨ ਚੋਰ ਲੱਗੇ ਹੋਏ ਨੇ ਇਸ ਘਰ ਦੇ ਪਿੱਛੇ। ਦਰਵਾਜ਼ੇ 10, ਖਬਰੇ ਕਿਧਰੋਂ ਕਿਹੜਾ ਚੋਰ ਵੜ ਜੇ। ਤੇ ਚੋਰ ਵੀ ਇੱਕ ਨਹੀਂ 5 ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, 5 ਚੋਰ। ਉਹ ਹੁਣ ਕਿਤੋਂ ਵੀ ਆ ਜਾਣ। ਅੱਖਾਂ ਰਾਹੀਂ ਆ ਸਕਦੇ ਆ, ਨਾਸਕਾਂ ਰਾਹੀਂ ਆ ਸਕਦੇ ਆ, ਰਸਨਾ ਦੁਆਰਾ ਆ ਸਕਦੇ ਆ, ਹੱਥਾਂ ਦੁਆਰਾ। ਕੋਈ ਵੀ ਚੋਰ ਆ ਕੇ ਅੰਦਰ ਖੜਬੜਾਹਟ ਪੈਦਾ ਕਰ ਸਕਦਾ ਹੈ। ਸਰੀਰ ਰੂਪੀ ਘਰ ਦੇ ਵਿੱਚ ਪਈਆਂ ਕੀਮਤੀ ਵਸਤੂਆਂ ਨੂੰ ਚੁਰਾ ਸਕਦਾ। ਸੱਤ ਨੂੰ, ਸੰਤੋਖ ਨੂੰ, ਦਇਆ ਨੂੰ, ਜਿਤਨੇ ਸ਼ੁਭ ਗੁਣ ਨੇ ਉਹਨਾਂ ਨੂੰ ਖੋਹ ਸਕਦੇ ਨੇ, ਚੁਰਾ ਸਕਦੇ ਨੇ ਚੋਰ। ਇਹ 5 ਚੋਰ ਜਿਹੜੇ ਨੇ ਤਸਕਰ ਬਣ ਕੇ ਇਹ ਹਮੇਸ਼ਾ ਇਸ ਸਰੀਰ ਰੂਪੀ ਘਰ ਦੇ ਨਾਲ ਲੱਗੇ ਹੋਏ ਨੇ। 10 ਦਰਵਾਜ਼ੇ ਨੇ। ਕਿਹੜਾ ਕਿਹੜਾ ਦਰਵਾਜ਼ਾ ਕੰਟਰੋਲ ਕਰਾਂਗੇ? ਕਿਸ ਕਿਸ ਦਰਵਾਜ਼ੇ ਤੇ ਪਹਿਰਾ ਲਾਵਾਂਗੇ? ਘਰ ਇੱਕ, ਦਰਵਾਜ਼ੇ 10, 5 ਚੋਰ ਨੇ। ਬੰਦਾ ਇੱਕ ਹੈ ਉਸ ਘਰ ਦੇ ਵਿੱਚ। ਕਿਹੜੇ ਕਿਹੜੇ ਦਰਵਾਜ਼ੇ ਤੇ ਰੁਕੇਗਾ? ਕਹਿੰਦੇ ਬੜੀ ਵੱਡੀ ਸਮੱਸਿਆ ਹੈ। ਧਰਮ ਅਰਥ ਸਭ ਹਿਰ ਲੈ ਜਾਵਹਿ, ਮਨ ਮੁਖ ਅੰਧਲੇ ਖਬਰ ਨਾ ਪਈਆ। ਆ ਜਿਹੜੇ 5 ਚੋਰ ਨੇ ਨਾ, ਇਹ ਜਿਹੜਾ ਸਾਡੇ ਅੰਦਰ ਧਰਮ ਪਿਆ ਹੈ। ਧਰਮ ਅਰਥ ਦਾ ਮਤਲਬ ਹੁੰਦਾ ਵੀ ਸਤ ਸੰਤੋਖ ਆਦਿਕ ਜਿਹੜੇ ਧਰਮ ਦੇ ਗੁਣ ਨੇ, ਉਹਨਾਂ ਸਾਰਿਆਂ ਨੂੰ ਹਿਰ ਕੇ ਖੋਹ ਕੇ ਲੈ ਜਾਂਦੇ ਆ। ਮਨਮੁਖ ਨੂੰ ਖਬਰ ਹੀ ਨਹੀਂ ਹੁੰਦੀ ਕਿ ਇਹਦੇ ਹਿਰਦੇ ਰੂਪੀ ਘਰ ਦੇ ਵਿੱਚੋਂ ਇਹ ਕਿੰਨੇ ਕੀਮਤੀ ਪਦਾਰਥ ਚੋਰੀ ਹੋ ਗਏ ਨੇ, ਇਹ ਖੋਹ ਕੇ ਲੈ ਗਏ ਨੇ, ਠੱਗ ਕੇ ਲੈ ਗਏ ਨੇ। ਮਨਮੁਖ ਨੂੰ ਇਸ ਗੱਲ ਦੀ ਖਬਰ ਹੀ ਨਹੀਂ ਹੁੰਦੀ। ਮਨਮੁਖ ਨੂੰ ਇਸ ਗੱਲ ਦਾ ਗਿਆਨ ਹੀ ਨਹੀਂ ਹੁੰਦਾ। ਹਾਂਜੀ,
ਕੰਚਨ ਕੋਟ ਬਹੁ ਮਾਨਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ। ਪਾਤਸ਼ਾਹ ਕਹਿੰਦੇ ਕੰਚਨ ਦਾ ਕਿਲਾ ਹੈ, ਸੋਨੇ ਦਾ ਕੋਟ ਹੈ, ਇਹਦੇ ਚ ਪਰਮੇਸ਼ਰ ਨੇ ਬੜੇ ਕੀਮਤੀ ਮਾਣਕ ਭਰੇ ਹੋਏ ਨੇ, ਸਤ ਸੰਤੋਖ ਆਦਿਕ। ਜਿਹੜਾ ਜਾਗੇਗਾ ਗਿਆਨ ਦੀ ਅਵਸਥਾ ਵਿੱਚ, ਉਸੇ ਦੀ ਇਸ ਤੱਤ ਦੇ ਵਿੱਚ ਲਿਵ ਲੱਗੇਗੀ, ਉਹੀ ਜਾਣੇਗਾ ਕਿ ਮੇਰੇ ਅੰਦਰ ਇਹ ਸ਼ੁਭ ਗੁਣਾਂ ਦਾ ਖਜ਼ਾਨਾ ਭਰਿਆ ਹੋਇਆ। ਜਿਹੜਾ ਜਾਗੇਗਾ, ਜਾਗੇਗਾ ਕਿਹੜਾ? ਜਿਹਦੇ ਅੰਦਰ ਗਿਆਨ ਹੋਵੇਗਾ। ਬਿਨਾਂ ਗਿਆਨ ਤੋਂ ਜਾਗਿਆ ਜਾ ਹੀ ਨਹੀਂ ਸਕਦਾ। ਇੱਕ ਜਾਗਣਾ ਸਰੀਰ ਕਰਕੇ ਆ, ਸੁਪਨਾ ਵੇਖ ਰਹੇ ਆ, ਸੁਪਨੇ 'ਚ ਡਰੇ ਹੋਏ ਆ, ਸੁਪਨੇ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੇਖ ਰਹੇ ਹਾਂ, ਸੁਪਨੇ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੱਕ ਰਹੇ ਹਾਂ। ਉਤਨੀ ਦੇਰ ਤੱਕ ਉਹ ਪਰੇਸ਼ਾਨੀ, ਉਤਨੀ ਦੇਰ ਤੱਕ ਉਹ ਸਮੱਸਿਆ ਬਣੀ ਰਹੇਗੀ ਜਿਤਨੀ ਦੇਰ ਤੱਕ ਸੁਪਨਾ ਚੱਲ ਰਿਹਾ ਹੈ। ਜਦੋਂ ਜਾਗ ਪਿਆ, ਜਾਗਦਿਆਂ ਹੀ ਉਹ ਸਭ ਕੁਝ ਖਤਮ ਹੋ ਜਾਂਦਾ। ਇਹ ਜਗ ਸੁਪਨਾ ਹੈ। ਜਗਤ ਰੂਪੀ ਸੁਪਨੇ ਵਿੱਚ ਕਦੇ ਜਨਮ ਹੋ ਰਿਹਾ ਹੈ, ਕਦੇ ਮਰਨ ਹੋ ਰਿਹਾ ਹੈ, ਕਦੇ ਕੁਝ ਹੋ ਰਿਹਾ ਹੈ, ਕਦੇ ਕੁਝ ਹੋ ਰਿਹਾ ਹੈ। ਇਹ ਉਤਨੀ ਦੇਰ ਤੱਕ ਬਣਿਆ ਰਹੇਗਾ ਜਦੋਂ ਤੱਕ ਗਿਆਨ ਤੱਤਵ ਦੇ ਵਿੱਚ ਲਿਵ ਨਹੀਂ ਲੱਗ ਜਾਂਦੀ, ਜਾਗ ਨਹੀਂ ਪੈਂਦੀ। ਜਿਸ ਵਕਤ ਗਿਆਨ ਤੱਤਵ ਦੇ ਵਿੱਚ ਜਾਗ ਪਏ ਤਾਂ ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਇਸ ਕੰਚਨ ਰੂਪੀ ਕਿਲੇ ਵਿੱਚ ਜਿਤਨੇ ਸ਼ੁਭ ਗੁਣ ਸਨ ਰਤਨਾਂ ਦੇ ਸਮਾਨ, ਉਹ ਸਭ ਪ੍ਰਾਪਤ ਹੋ ਗਏ। ਤਸ ਕਰ ਹੇਰੂ ਆਏ ਲੁਕਾਨੇ ਗੁਰ ਕੈ ਸ਼ਬਦ ਪਕੜ ਬੰਧ ਪਈਆ। ਤਸਕਰ ਕਹਿੰਦੇ ਨੇ ਚੋਰਾਂ ਨੂੰ, ਕਹਿੰਦੇ ਆ ਜਿਹੜੇ ਚੋਰ ਨੇ ਪੰਜ ਵਿਕਾਰ, ਇਹ ਹੇਰੂ ਆਏ ਨੇ, ਠੱਗਣ ਆਏ ਨੇ, ਤੇ ਹੇਰੂ ਵੇਖ ਕੇ ਆ ਕੇ ਲੁਕ ਗਏ ਨੇ। ਠੱਗ ਲੁਕ ਕੇ ਹੀ ਚੋਰੀ ਕਰਦੇ ਆ ਨਾ, ਠੱਗਦੇ ਆ। ਇਹ ਲੁਕ ਗਏ ਨੇ, ਪਰ ਗੁਰੂ ਕੇ ਸ਼ਬਦ ਦੀ ਕਲਾ ਨਾਲ ਮੈਂ ਇਹਨਾਂ ਪੰਜਾਂ ਨੂੰ ਪਕੜ ਕੇ ਬੰਨ ਲਿਆ। ਗੁਰ ਕਾ ਸ਼ਬਦ ਪਕੜ ਬੰਦ ਪਈਆ। ਇਹ ਪੰਜ ਠੱਗ ਆਏ ਸਨ ਮੈਨੂੰ ਠੱਗਣ, ਲੁੱਕੇ ਬੈਠੇ ਸੀ ਅੰਦਰ, ਫੜੇ ਨਹੀਂ ਸਨ ਜਾਂਦੇ, ਕਾਬੂ ਨਹੀਂ ਸਨ ਆਉਂਦੇ, ਪਰ ਗੁਰੂ ਦੇ ਸ਼ਬਦ ਨਾਲ ਮੈਂ ਇਹਨਾਂ ਪੰਜਾਂ ਨੂੰ ਪਕੜ ਕੇ ਬੰਨ ਲਿਆ। ਗੁਰੂ ਦਾ ਸ਼ਬਦ ਹੀ ਹੈ ਜਿਹੜਾ ਇਹਨਾਂ ਪੰਜਾਂ ਤੇ ਵਿਜਈ ਪ੍ਰਾਪਤ ਕਰਾ ਸਕਦਾ ਹੈ। ਬਿਨਾਂ ਗੁਰੂ ਕੇ ਸ਼ਬਦ ਦੀ ਕਮਾਈ ਤੋਂ ਇਹਨਾਂ ਪੰਜਾਂ ਦੇ ਉੱਤੇ ਜਿੱਤ ਪ੍ਰਾਪਤ ਨਹੀਂ ਹੋ ਸਕਦੀ। ਇਹ ਠੱਗ ਸਨ ਪੰਜੇ, ਠੱਗਣ ਆਏ ਹੋਏ ਸਨ। ਗੁਰੂ ਕੇ ਸ਼ਬਦ ਦੀ ਕਲਾ ਨਾਲ ਇਹਨਾਂ ਪੰਜਾਂ ਨੂੰ ਹੀ ਪਕੜ ਕੇ ਬੰਨ ਪਾ ਲਿਆ। ਹਰ ਹਰ ਨਾਮ ਪੋਤ ਬੋਹਿਥਾ ਖੇਵਟ ਸ਼ਬਦ ਗੁਰ ਪਾਰ ਲੰਘਈਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਜਿਹੜਾ ਨਾਮ ਹੈ ਇਹ ਜਹਾਜ਼ ਹੈ ਇਸ ਸੰਸਾਰ ਤੋਂ ਤਰਨ ਲਈ, ਪਵਿੱਤਰ ਜਹਾਜ਼। ਹਰ ਹਰ ਨਾਮ ਪੋਤ ਬੋਹਿਥਾ, ਹਰੀ ਪਰਮੇਸ਼ਰ ਦਾ ਨਾਮ ਇਹ ਜਹਾਜ਼ ਹੈ ਪਵਿੱਤਰ। ਖੇਵਟ ਸ਼ਬਦ ਗੁਰ ਪਾਰ ਲੰਘਈਆ। ਕਹਿੰਦੇ ਇਸ ਜਹਾਜ਼ ਦਾ ਮਲਾ ਗੁਰੂ ਕਾ ਸ਼ਬਦ ਹੈ, ਤੇ ਸਤਿਗੁਰਾਂ ਦੇ ਸ਼ਬਦ ਦੁਆਰਾ, ਉਪਦੇਸ਼ ਦੁਆਰਾ ਇਹ ਜਿਹੜਾ ਜਹਾਜ਼ ਹੈ, ਜਿਹੜੇ ਇਸ ਜਹਾਜ਼ ਤੇ ਸਵਾਰ ਹੋਣਗੇ ਉਹਨਾਂ ਨੂੰ ਸਤਿਗੁਰੂ ਜੀ ਆਪਣੇ ਉਪਦੇਸ਼ ਦੁਆਰਾ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੇਣਗੇ, ਪਾਰ ਉਤਾਰ ਦੇਣਗੇ। ਜਮ ਜਾਗਤੇ ਨੇੜ ਨਾ ਆਵੇ ਨਾ ਕੋ ਤਸ ਕਰ ਚੋਰ ਲਗਈਆ। ਜਿਹੜੇ ਗੁਰੂ ਸ਼ਬਦ ਦੇ ਜਹਾਜ਼ ਤੇ ਸਵਾਰ ਹੋ ਗਏ ਉਹਨਾਂ ਦੇ ਨੇੜੇ ਜਮ ਜੁਗਾਤ ਲੈਣ ਨਹੀਂ ਆਉਂਦੇ, ਨਾ ਹੀ ਕੋਈ ਤਸਕਰ ਕਾਮ ਕ੍ਰੋਧ ਆਦਿਕ ਵਿਕਾਰ ਜਿਹੜੇ ਨੇ ਇਹ ਚੋਰ ਉਹਨਾਂ ਦੇ ਨੇੜੇ ਆ ਕੇ ਲੱਗਦੇ ਨੇ, ਇਹ ਵੀ ਉਹਨਾਂ ਦੇ ਨੇੜੇ ਨਹੀਂ ਫਰਕਦੇ। ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਜਸ ਕਹਤੇ ਅੰਤ ਨਾ ਲਹੀਆ। ਮੈਂ ਹਰੀ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦਾ ਹਾਂ, ਸਦਾ ਦਿਨ ਰਾਤ ਅੱਠੇ ਪਹਿਰ ਗਾਉਂਦਾ ਹਾਂ, ਹਰੀ ਦਾ ਜਸ ਕਹਿੰਦਿਆਂ ਮੈਂ ਇਹ ਕਹਿੰਦਾ ਹਾਂ ਕਿ ਹੇ ਪ੍ਰਭੂ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਹਰ ਜਸ ਕਹਤੇ ਅੰਤ ਨਾ ਲਹੀਆ। ਹਰੀ ਦਾ ਜਸ ਕਹਿੰਦਿਆਂ ਉਹਦਾ ਅੰਤ ਨਹੀਂ ਜਾਣਿਆ ਜਾਂਦਾ, ਨਾ ਹੀ ਅੰਤ ਪਾਇਆ ਜਾ ਸਕਦਾ। ਗੁਰਮੁਖ ਮਨੁਆ ਇਕਤ ਘਰ ਆਵੇ
ਮਿਲੋ ਗੋਪਾਲ ਨਿਸ਼ਾਨ ਬਜਈਆ। ਜਿਹੜੇ ਗੁਰਮੁਖ ਨੇ ਉਹਨਾਂ ਦਾ ਮਨ ਆਪਣੇ ਇੱਕ ਨਿਜ ਘਰ ਵਿੱਚ ਆ ਪਹੁੰਚਦਾ ਹੈ। ਜਦੋਂ ਇੱਕ ਘਰ ਵਿੱਚ ਨਿਜ ਘਰ ਵਿੱਚ ਆ ਪਹੁੰਚਦੇ ਆ, ਮਿਲੋ ਗੋਪਾਲ ਨਿਸ਼ਾਨ ਬਜਈਆ, ਫਿਰ ਤਾਂ ਉਹ ਨਗਾਰਾ ਵਜਾ ਕੇ ਪਰਮੇਸ਼ਰ ਵਿੱਚ ਜਾ ਕੇ ਮਿਲਦੇ ਹਨ। ਨਿਸ਼ਾਨ ਦਾ ਇੱਥੇ ਮਤਲਬ ਹੁੰਦਾ ਨਗਾਰਾ। ਕਹਿੰਦੇ ਫਿਰ ਤਾਂ ਉਹ ਡੰਕੇ ਦੀ ਚੋਟ ਤੇ ਨਗਾਰੇ ਦੀ ਚੋਟ ਤੇ ਉਸ ਪ੍ਰਭੂ ਵਿੱਚ ਜਾ ਕੇ ਮਿਲਦੇ ਆ, ਭੇਦ ਹੁੰਦੇ ਆ, ਯਾਨੀ ਕਿ ਦੁਨੀਆ ਦੀ ਪਰਵਾਹ ਨਹੀਂ ਕਰਦੇ, ਲੋਕਾਂ ਦੀ ਪਰਵਾਹ ਨਹੀਂ ਕਰਦੇ। ਨਗਾਰੇ ਦੀ ਚੋਟ ਤੇ ਡੰਕੇ ਦੀ ਚੋਟ ਦਾ ਮਤਲਬ ਹੁੰਦਾ ਵੀ ਜਦੋਂ ਕਿਸੇ ਦੀ ਕੋਈ ਪਰਵਾਹ ਨਾ ਮੰਨੇ, ਫਿਰ ਉਹ ਪਰਮੇਸ਼ਰ ਨੂੰ ਜਾ ਕੇ ਜਦੋਂ ਮਿਲਦੇ ਆ ਨਾ, ਤੇ ਦੁਨੀਆ ਦੀ ਪਰਵਾਹ ਨਹੀਂ ਕਰਦੇ। ਲੋਕ ਕੀ ਆਖਣਗੇ, ਦੁਨੀਆ ਕੀ ਕਹੇਗੀ, ਸਮਾਜ ਕੀ ਕਹੇਗਾ। ਕਹਿੰਦੇ ਡੰਕੇ ਦੀ ਚੋਟ ਦੇ ਉੱਤੇ ਨਗਾਰਾ ਵਜਾ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਾ ਕੇ ਮਿਲਦੇ ਆ। ਦੂਜਾ ਅਰਥ ਏਦਾਂ ਵੀ ਮਹਾਂਪੁਰਸ਼ ਕਰਦੇ ਐ, ਉਹ ਕਹਿੰਦੇ ਭਾਈ ਗੁਰੂ ਕੇ ਸ਼ਬਦ ਦਾ ਨਗਾਰਾ ਵਜਾ ਕੇ, ਵਾਹਿਗੁਰੂ ਵਾਹਿਗੁਰੂ, ਇਹ ਨਗਾਰਾ ਵਜਾ ਕੇ ਉਹ ਆਪਣੇ ਪਾਰ ਬ੍ਰਹਮ ਪਰਮੇਸ਼ਰ ਨੂੰ ਜਾ ਕੇ ਮਿਲਦੇ ਹਨ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਵਿੱਚ ਜਾ ਕੇ ਅਭੇਦ ਹੁੰਦੇ ਹਨ। ਨੈਣੀ ਦੇਖ ਦਰਸ਼ ਮਨ ਤ੍ਰਿਪਤੈ, ਸ਼ਰਾਵਣ ਬਾਣੀ ਗੁਰ ਸ਼ਬਦ ਸੁਣਈਆ। ਕਹਿੰਦੇ ਨੇਤਰਾਂ ਨਾਲ ਆਪਣੇ ਮਾਲਕ ਦੇ ਦਰਸ਼ਨ ਕਰਕੇ ਮਨ ਤ੍ਰਿਪਤ ਹੋ ਜਾਂਦਾ ਹੈ। ਜਦੋਂ ਉਹ ਆਪਣੇ ਨੇਤਰਾਂ ਨਾਲ ਪ੍ਰਭੂ ਦੇ ਦਰਸ਼ਨ ਕਰਦੇ ਨੇ, ਮਨ ਤ੍ਰਿਪਤ ਹੋ ਜਾਂਦਾ। ਸਰਵਣੀ ਬਾਣੀ ਗੁਰ ਸ਼ਬਦ ਸੁਣਈਆ, ਔਰ ਆਪਣੇ ਸ਼ਰਵਣਾ ਨਾਲ, ਕੰਨਾਂ ਨਾਲ ਗੁਰੂ ਕਾ ਸ਼ਬਦ ਸੁਣਦੇ ਨੇ, ਗੁਰੂ ਕੀ ਬਾਣੀ ਸੁਣਦੇ ਨੇ। ਨੇਤਰਾਂ ਨਾਲ ਸਾਹਿਬ ਦੇ ਦਰਸ਼ਨ ਕਰਕੇ ਉਹਨਾਂ ਦਾ ਮਨ ਹਰ ਪ੍ਰਕਾਰ ਦੇ ਪਦਾਰਥ ਦੀ ਕਾਮਨਾ ਤੋਂ ਰਹਿਤ ਹੋ ਕੇ ਤ੍ਰਿਪਤ ਹੋ ਜਾਂਦਾ ਹੈ। ਸੁਣ ਸੁਣ ਆਤਮ ਦੇਵ ਹੈ ਪੀਨੇ, ਰਸ ਰਸ ਰਾਮ ਗੋਪਾਲ ਰਵਈਆ। ਉਹ ਸੁਣ ਸੁਣ ਕੇ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਆਤਮ ਦੇਵ ਦੇ ਵਿੱਚ ਭਿੱਜ ਜਾਂਦੇ ਹਨ। ਰਸ ਰਸ ਕਰਕੇ, ਯਾਨੀ ਕਿ ਪੂਰਨ ਤੌਰ ਤੇ ਪਰਮੇਸ਼ਰ ਦੇ ਪ੍ਰੇਮ ਰਸ ਵਿੱਚ ਭਿੱਜ ਭਿੱਜ ਕੇ ਉਸ ਰਾਮ ਦਾ, ਉਸ ਗੋਪਾਲ ਦਾ ਜਾਪ ਜਪਦੇ ਨੇ। ਉਸ ਨੂੰ ਆਪਣੀ ਰਸਨਾ ਤੋਂ ਰਸ ਲੈ ਕੇ ਉਚਾਰਦੇ ਹਨ। ਗੁਣ ਮਾਇਆ ਮੋਹਿ ਵਿਆਪੇ, ਤੁਰਿਆ ਗੁਣ ਹੈ ਗੁਰਮੁਖ ਲਹੀਆ। ਤਿੰਨਾਂ ਗੁਣਾਂ ਦੀ ਮਾਇਆ ਸਾਰੇ ਸੰਸਾਰ ਦੇ ਵਿੱਚ ਜੀਵਾਂ ਨੂੰ ਵਿਆਪ ਰਹੀ ਹੈ। ਜੀਵ ਇਹਦੇ ਮੋਹ ਵਿੱਚ ਵਿਆਪੇ ਹੋਏ ਨੇ। ਕੋਈ ਵਿਰਲਾ ਗੁਰਮੁਖ ਹੈ ਜਿਹੜਾ ਇਹਨਾਂ ਤਿੰਨਾਂ ਗੁਣਾਂ ਦੀ ਮਾਇਆ ਤੋਂ ਉੱਪਰ ਉੱਠ ਕੇ ਤੁਰਿਆ ਪਦ 'ਚ ਸਮਾਉਂਦਾ ਹੈ। ਤੁਰਿਆ ਗੁਣ ਹੈ ਗੁਰਮੁਖ ਲਹੀਆ। ਗੁਰਮੁਖਾਂ ਨੇ ਤਿੰਨਾਂ ਤੋਂ ਉੱਪਰ ਜਿਹੜੀ ਤੁਰਿਆ ਪਦ ਦੀ ਅਵਸਥਾ ਹੈ, ਉਸ ਨੂੰ ਪ੍ਰਾਪਤ ਕੀਤਾ, ਉਸ ਤੁਰਿਆ ਪਦ ਦੀ ਅਵਸਥਾ ਨੂੰ ਜਾਣਿਆ। ਖਾਲਸਾ ਜੀ, ਜਿਹੜਾ ਤਿੰਨਾਂ ਕਾਲਾਂ ਦੇ ਭੇਦ ਤੋਂ ਪਰੇ ਹੋ ਜਾਂਦਾ ਹੈ, ਤ੍ਰੈ ਕਾਲ ਭੇਦ ਤੋਂ ਪਰੇ ਹੋ ਜਾਂਦਾ ਹੈ, ਤ੍ਰੈ ਗੁਣਾਂ ਦੇ ਭੇਦ ਤੋਂ ਪਰੇ ਹੋ ਜਾਂਦਾ ਹੈ, ਤ੍ਰੈ ਅਵਸਥਾਵਾਂ ਦੇ ਭੇਦ ਤੋਂ ਪਰੇ ਹੋ ਜਾਂਦਾ ਹੈ, ਉਹਨੂੰ ਤੁਰਿਆ ਕਹਿੰਦੇ ਨੇ। ਜਦੋਂ ਸਾਖਸ਼ੀ ਹੋ ਜੇ ਤਿੰਨਾਂ ਦਾ, ਜਦੋਂ ਤਿੰਨਾਂ ਦਾ ਸਾਖਸ਼ੀ ਹੋ ਜੇ ਕੋਈ, ਫਿਰ ਉਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਤੁਰਿਆ ਪਦ ਵਿੱਚ ਜਾ ਪਹੁੰਚਦਾ ਹੈ। ਏਕ ਦ੍ਰਿਸ਼ਟ ਸਭ ਸਮ ਕਰ ਜਾਣੈ, ਨਦਰੀ ਆਵੈ ਸਭ ਬ੍ਰਹਮ ਪਸਰਈਆ। ਇੱਕ ਦ੍ਰਿਸ਼ਟੀ ਕਰਕੇ ਉਹ ਸਾਰਿਆਂ ਨੂੰ ਇੱਕ ਸਮਾਨ ਕਰਕੇ ਜਾਣਦਾ ਹੈ। ਉਸ ਨੂੰ ਫਿਰ ਸਾਰਿਆਂ ਵਿੱਚੋਂ ਬ੍ਰਹਮ ਪਸਰਿਆ ਹੋਇਆ ਨਜ਼ਰ ਆਉਂਦਾ ਹੈ। ਨਦਰੀ ਆਵੈ ਸਭ ਬ੍ਰਹਮ ਪਸਰਈਆ। ਇੱਕ ਬ੍ਰਹਮ ਹੀ ਸਾਰਿਆਂ ਵਿੱਚ ਪਸਰਿਆ ਹੋਇਆ ਵਿਆਪਕ ਹੋ ਕੇ ਉਹਨਾਂ ਨੂੰ ਨਜ਼ਰ ਆਉਂਦਾ ਹੈ। ਰਾਮ ਨਾਮ ਹੈ ਜੋਤ ਸਬਾਈ, ਗੁਰਮੁਖ ਆਪੇ ਅਲਖ ਲਖਈਆ। ਰਾਮ ਦੇ ਨਾਮ ਨੂੰ ਜਪਦਿਆਂ ਉਹਨਾਂ ਨੇ ਜਾਣ ਲਿਆ ਕਿ ਉਸੇ ਰਾਮ ਦੀ ਜੋਤ ਸਾਰਿਆਂ ਵਿੱਚ ਵਿਆਪਕ ਹੈ, ਜਿਸ ਨਾਮ ਨੂੰ ਅਸੀਂ ਜਪ ਰਹੇ ਹਾਂ। ਗੁਰਮੁਖ ਆਪੇ ਅਲਖ ਲਖਈਆ। ਗੁਰੂ ਆਪ ਆਪਣੇ ਮੁਖ ਦੁਆਰਾ ਆਪਣੇ ਸੇਵਕਾਂ ਨੂੰ ਨਾ ਲਖਿਆ ਜਾਣ ਵਾਲਾ ਵਾਹਿਗੁਰੂ ਲਿਖਾ ਦਿੰਦਾ ਹੈ, ਜਣਾ ਦਿੰਦਾ ਹੈ। ਨਾਨਕ ਦੀਨ ਦਇਆਲ ਪਾਏ ਹੈ,
ਭਗਤ ਭਾਏ ਹਰ ਨਾਮ ਸਮਈਆ। ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਫਰਮਾਉਂਦੇ ਆ, ਪਰਮੇਸ਼ਰ ਦੀਨਾਂ ਤੇ ਦਇਆ ਕਰਨ ਵਾਲਾ ਦਿਆਲੂ ਹੈ। ਜਿਨ੍ਹਾਂ ਤੇ ਦਇਆ ਕੀਤੀ ਉਹਨਾਂ ਨੂੰ ਪ੍ਰੇਮਾ ਭਗਤੀ ਦੀ ਦਾਤ ਬਖਸ਼ ਕੇ ਹਰੀ ਨੇ ਤਿਨਾਂ ਨੂੰ ਆਪਣੇ ਨਾਮ ਦੇ ਵਿੱਚ ਸਮਾ ਕੇ ਅਭੇਦ ਕਰ ਲਿਆ। ਆਪਣੇ ਨਾਮ ਦੁਆਰਾ ਆਪਣੇ ਵਿੱਚ ਅਭੇਦ ਕਰ ਲਿਆ। ਜਿਨ੍ਹਾਂ ਤੇ ਵਾਹਿਗੁਰੂ ਨੇ ਪਰਮੇਸ਼ਰ ਨੇ ਦਇਆ ਕਰਕੇ ਆਪਣੀ ਪ੍ਰੇਮਾ ਭਗਤੀ ਦਾ ਦਾਨ ਦੇ ਕੇ ਨਿਵਾਜਿਆ ਹੈ। ਗਰੀਬ ਨਵਾਜ ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਹੈ। ਵਿਚਾਰਾਂ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਸਾਹਿਬ ਜੀ ਥਾਏ ਪਾਵਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।